इस वीडियो ਦੇ ਵਿੱਚ ਅਸੀਂ ਥਿਓਰਮ ਨੰਬਰ 10.2 ਦ ਲੈਂਥਸ ਆਫ ਟੈਂਜੈਂਟ ਡਰਾਨ ਫਰੋਮ ਐਨ ਐਕਸਟਰਨਲ ਪੁਆਇੰਟ ਟੂ ਏ ਸਰਕਲ ਆਰ ਇਕੁਅਲ ਦੀ ਗੱਲ ਕਰਨ ਜਾ ਰਹੇ ਹਾਂ। ਤੁਹਾਡੀ ਬੁੱਕ ਦੇ ਪੇਜ ਨੰਬਰ 211 ਦੀ 10.2 ਥਿਓਰਮ ਆ, ਮੋਸਟ ਇੰਪੋਰਟੈਂਟ ਥਿਓਰਮ। ਦੇਖੋ ਬੱਚੇ, ਇਸ ਥਿਓਰਮ ਦੀ ਸਟੇਟਮੈਂਟ ਕੀ ਸ਼ੋ ਕਰਦੀ ਆ, ਦ ਲੈਂਥ ਆਫ ਟੈਂਜੈਂਟਸ ਕਿ ਦੋ ਟੈਂਜੈਂਟਸ ਹੋਣਗੀਆਂ, ਉਹਨਾਂ ਦੀ ਜਿਹੜੀ ਲੈਂਥ ਆ ਡਰਾਨ ਫਰੋਮ ਐਕਸਟਰਨਲ ਪੁਆਇੰਟ, ਕਿਸੇ ਬਾਹਰ ਵਾਲੇ ਪੁਆਇੰਟ ਤੋਂ ਜਦੋਂ ਡਰਾ ਕੀਤੀਆਂ ਜਾਂਦੀਆਂ ਉਹ ਜਿਹੜੀਆਂ ਟੈਂਜੈਂਟਸ ਹੁੰਦੀਆਂ ਉਹਨਾਂ ਦੀ ਲੈਂਥ ਜਿਹੜੀ ਉਹ ਇਕੁਅਲ ਹੁੰਦੀ ਆ। ਸਭ ਤੋਂ ਪਹਿਲਾਂ ਅਸੀਂ ਨਾ ਡਾਇਗਰਾਮ ਬਣਾ ਲੈਂਦੇ ਹਾਂ। ਜੇਕਰ ਟੈਂਜੈਂਟ ਦੀ ਗੱਲ ਹੋਈ, ਇਟ ਮੀਨਸ ਸਰਕਲ ਦੀ ਤਾਂ ਗੱਲ ਹੋਣੀ ਆ, ਹੈ ਨਾ। ਅਤੇ ਉਹਨਾਂ ਨੇ ਐਕਸਟਰਨਲ ਪੁਆਇੰਟ ਵੀ ਕਿਹਾ ਹੋਇਆ, ਐਕਸਟਰਨਲ ਪੁਆਇੰਟ ਲੈ ਲਿਆ, ਉਹਦਾ ਨਾਮ ਅਸੀਂ ਪੀ ਰੱਖ ਲੈਂਦੇ ਹਾਂ। ਫਿਰ ਉਹਨਾਂ ਨੇ ਟੈਂਜੈਂਟਸ ਦੀ ਗੱਲ ਕੀਤੀ ਆ, ਅਤੇ ਟੂ ਟੈਂਜੈਂਟਸ ਜਿਹੜੀਆਂ ਉਹ ਡਰਾਨ ਕਰਨੀਆਂ ਆਪਾਂ ਇੱਦਾਂ, ਅਤੇ ਸੈਂਟਰ, ਠੀਕ ਹੈ। ਸੋ ਇਹ ਚੀਜ਼ ਅਸੀਂ ਡਰਾ ਕਰ ਲਈ, ਇਹ ਸਾਨੂੰ ਗਿਵਨ ਸੀਗੀ। ਹੁਣ ਜਦੋਂ ਥਿਓਰਮ ਲਿਖਣੀ ਆ ਅਤੇ 4 ਸਟੈਪਸ ਜਿਹੜੇ ਉਹ ਲਿਖਣੇ ਹੁੰਦੇ ਆ। ਸਭ ਤੋਂ ਪਹਿਲਾਂ ਅਸੀਂ ਇਹ ਦੱਸਣਾ ਹੁੰਦਾ ਐਗਜ਼ਾਮੀਨਰ ਨੂੰ ਕਿ ਜਿਹੜੀ ਵੀ ਥਿਓਰਮ ਹੈਗੀ ਉਹਦੀ ਸਟੇਟਮੈਂਟ ਦੇ ਵਿੱਚ ਗਿਵਨ ਕੀ ਆ। ਫਸਟ ਸਟੈਪ ਗਿਵਨ। ਦੇਖੋ ਬੱਚੇ, ਸਟੇਟਮੈਂਟ ਦੇ ਵਿੱਚ ਅਸੀਂ ਗਿਵਨ ਫਾਈਂਡ ਕਰ ਸਕਦੇ ਹਾਂ। ਸਟੇਟਮੈਂਟ ਦੇ ਵਿੱਚ ਸਾਨੂੰ ਦਿੱਤਾ ਹੋਇਆ ਟੈਂਜੈਂਟਸ ਹੈਗੇ, ਇਟ ਮੀਨਸ ਸਰਕਲ 'ਤੇ ਹੋਣਾ ਹੀ ਹੋਣਾ, ਉਹਦਾ ਸੈਂਟਰ ਵੀ ਹੋਣਾ ਆ, ਠੀਕ ਹੈ। ਸੋ ਟੈਂਜੈਂਟਸ ਜਿਹੜੇ ਪੁਆਇੰਟ ਆਫ ਕੰਟੈਕਟ ਆ ਉਹਨਾਂ ਦੇ ਨਾਮ ਅਸੀਂ ਆਪਣੇ ਕੋਲੋਂ ਦੇ ਦਿੰਦੇ। ਇਹਦਾ ਨਾਮ ਕਿਊ ਔਰ ਇਹਦਾ ਨਾਮ ਅਸੀਂ ਆਰ ਦੇ ਦਿੰਦੇ ਹਾਂ। ਤੁਸੀਂ ਏ ਬੀ ਵੀ ਦੇ ਸਕਦੇ ਹੋ, ਜਿੱਦਾਂ ਮਰਜ਼ੀ, ਠੀਕ ਹੈ। ਸੋ ਅਸੀਂ ਲਿਖ ਸਕਦੇ ਹਾਂ ਕਿ ਅ ਸਰਕਲ ਹੈਵਿੰਗ ਓ ਐਜ਼ ਸੈਂਟਰ, ਪੁਆਇੰਟਸ ਦੇ ਨਾ ਨਾਮ ਜ਼ਰੂਰ ਦਿਆ ਕਰੋ। ਐਂਡ ਪੀ ਕੀ ਆ, ਇਜ਼ ਐਨੀ ਪੁਆਇੰਟ ਕਿੱਥੇ ਆ, ਆਊਟਸਾਈਡ ਦਾ ਸਰਕਲ, ਆਊਟਸਾਈਡ ਦਾ ਸਰਕਲ, ਫਰੋਮ ਜਿਹਦੇ ਵਿੱਚੋਂ ਟੂ ਟੈਂਜੈਂਟਸ ਨਿਕਲਦੀਆਂ ਪਈਆਂ। ਕਿਹੜੀਆਂ ਟੂ ਟੈਂਜੈਂਟਸ ਹੈਗੀਆਂ ਬੱਚੇ, ਪੀ ਕਿਊ ਐਂਡ ਪੀ ਆਰ, ਅਤੇ ਕਿੱਥੇ ਆ, ਟੂ ਦਾ ਸਰਕਲ 'ਤੇ। ਸੋ ਇਹ ਗਿਵਨ ਵਿੱਚ ਸੀਗਾ, ਠੀਕ ਹੈ। ਹੁਣ ਜਿਹੜਾ ਸੈਕਿੰਡ ਸਟੈਪ ਹੁੰਦਾ ਟੂ ਪ੍ਰੂਵ ਕੀ ਕਰਨਾ ਆ ਕਿ ਟੈਂਜੈਂਟਸ ਦੀ ਉਹਨਾਂ ਨੇ ਕਿਹਾ ਲੈਂਥ ਇਕੁਅਲ ਹੁੰਦੀ ਆ, ਇਹ ਪ੍ਰੂਵ ਕਰਨਾ ਅਸੀਂ, ਠੀਕ ਹੈ। ਅਤੇ ਟੈਂਜੈਂਟਸ ਕਿਹੜੀਆਂ ਵਾ, ਪੀ ਕਿਊ ਇਸ ਇਕੁਅਲ ਕਿਹਦੇ ਹੋਣੀ ਚਾਹੀਦੀ ਆ, ਪੀ ਆਰ ਦੇ, ਓਕੇ। ਸੋ ਕੰਸਟਰਕਸ਼ਨ ਆਪਾਂ ਕਰਦੇ ਹਾਂ। ਕੰਸਟਰਕਸ਼ਨ ਦੇ ਵਿੱਚ ਓ ਕਿਊ ਨੂੰ ਜੁਆਇਨ ਕਰ ਦਿਓ ਔਰ ਓ ਆਰ ਨੂੰ ਜੁਆਇਨ ਕਰ ਦਿਓ, ਓ ਪੀ ਨੂੰ ਵੀ ਜੁਆਇਨ ਕਰ ਦਿਓ। ਜਦੋਂ ਕੰਸਟਰਕਸ਼ਨ ਕਰਨੀ ਆ ਡਾਟ ਵਿੱਚ ਕਰਿਆ ਕਰੋ ਤਾਂ ਕਿ ਪਤਾ ਲੱਗ ਜੇ ਕਿ ਜਿਹੜੀ ਸੋਲਿਡ ਚੀਜ਼ ਉਹ ਗਿਵਨ ਸੀਗੀ, ਜਿਹੜੀ ਡਾਟ ਵਿੱਚ ਉਹ ਕੰਸਟਰਕਸ਼ਨ ਕੀਤੀ ਹੋਈ ਆ। ਇੱਦਾਂ ਐਗਜ਼ਾਮੀਨਰ ਨੂੰ ਮਤਲਬ ਲੱਭਣਾ ਨਹੀਂ ਕੁਛ ਪੈਂਦਾ, ਪੜ੍ਹਨਾ ਨਹੀਂ ਪੈਂਦਾ, ਉਹਨੂੰ ਜਸਟ ਇਹ ਹਾਈਲਾਈਟ ਤੋਂ ਹੀ ਪਤਾ ਲੱਗ ਜਾਂਦਾ ਹੈ, ਉਹਦਾ ਟਾਈਮ ਬਚਦਾ ਆ। ਜੁਆਇਨ ਓ ਪੀ ਐਂਡ ਓ ਕਿਊ ਐਂਡ ਓ ਆਰ, ਓਕੇ। ਹੁਣ ਅਸੀਂ ਪ੍ਰੂਫ 'ਤੇ ਆ ਜਾਂਦੇ ਹਾਂ। ਦੇਖੋ ਬੱਚੇ, ਪ੍ਰੂਫ ਦੇ ਵਿੱਚ ਨਾ ਦੋ ਟਰਾਈਐਂਗਲ, ਸਭ ਤੋਂ ਪਹਿਲਾਂ ਮੈਂ ਗੱਲ ਕਰਦੀ, ਦੋ ਟਰਾਈਐਂਗਲ ਬਣਦੇ ਪਏ। ਇੱਕ ਓ ਕਿਊ ਪੀ ਬਣਦਾ ਪਿਆ, ਇੱਕ ਨੀਚੇ ਵਾਲਾ ਓ ਆਰ ਪੀ ਬਣਦਾ ਪਿਆ, ਹੈ ਨਾ। ਦੋ ਟਰਾਈਐਂਗਲ ਬਣਦੇ ਪਏ ਨਾ, ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿਊ ਔਰ ਆਰ 'ਤੇ 90 ਡਿਗਰੀ ਦਾ ਐਂਗਲ ਬਣਦਾ, ਕਿਉਂਕਿ ਕਿਊ ਔਰ ਆਰ ਕੀ ਪੁਆਇੰਟ ਆਫ ਕੰਟੈਕਟ ਆ, ਹੈ ਨਾ। ਓ ਕਿਊ ਕੀ ਸੀਗਾ, ਓ ਕਿਊ ਇਜ਼ ਰੇਡੀਅਸ, ਹੈ ਨਾ। ਅਤੇ ਰੇਡੀਅਸ ਅਤੇ ਟੈਂਜੈਂਟ ਜਿਹੜਾ ਹੁੰਦਾ ਐਂਡ ਪੀ ਕਿਊ ਕੀ ਹੈ, ਜੇ ਓ ਆਰ ਰੇਡੀਅਸ ਹੈ ਅਤੇ ਪੀ ਕਿਊ ਇਜ਼ ਦਾ ਟੈਂਜੈਂਟ ਕਿੱਥੇ ਆ, ਟੂ ਦਾ ਸਰਕਲ। ਇਟ ਮੀਨਸ ਕਿ ਜਿਹੜਾ ਕਿਊ ਆ ਪੁਆਇੰਟ ਆਫ ਕੰਟੈਕਟ ਬਣ ਗਿਆ, ਇਸ ਕਰਕੇ ਆਪਾਂ ਲਿਖ ਸਕਦੇ ਹਾਂ ਵੀ ਜਿਹੜਾ ਕਿਊ ਆ ਪੀ ਕਿਊ ਓ ਆ, ਠੀਕ ਹੈ। ਉਹ ਕਿੰਨੇ ਡਿਗਰੀ ਦਾ ਐਂਗਲ ਬਣਾ ਰਿਹਾ, 90 ਡਿਗਰੀ ਦਾ। ਸੋ ਇਕੱਲਾ ਕਿਊ ਨਹੀਂ ਲਿਖਣਾ ਹੈਗਾ, ਪੀ ਕਿਊ ਓ ਪੂਰਾ ਐਂਗਲ ਲਿਖੀਦਾ ਆ, ਠੀਕ ਹੈ। ਸਿਮਿਲਰਲੀ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪੀ ਕਿਊ ਓ 90 ਡਿਗਰੀ ਦਾ ਐਂਗਲ ਬਣਾ ਸਕਦਾ ਅਤੇ ਓ ਆਰ ਵੀ ਤਾਂ ਰੇਡੀਅਸ ਹੀ ਆ, ਅਤੇ ਪੀ ਆਰ ਟੈਂਜੈਂਟ, ਇਟ ਮੀਨਸ ਆਰ ਵੀ ਪੁਆਇੰਟ ਆਫ ਕੰਟੈਕਟ ਆ। ਸਿਮਿਲਰਲੀ ਆਪਾਂ ਲਿਖ ਸਕਦੇ ਹਾਂ ਪੀ ਆਰ ਓ 90 ਡਿਗਰੀ, ਠੀਕ ਹੈ। ਸੋ ਇਹ 90 ਡਿਗਰੀ ਦਾ ਕਿਉਂ ਆ, ਇਹ ਰੀਜ਼ਨ ਦੱਸਣਾ ਜ਼ਰੂਰੀ ਹੁੰਦਾ, ਜਿਹੜਾ ਕਿ ਆਪਾਂ ਦੱਸ ਚੁੱਕੇ ਹਾਂ। ਹੁਣ ਆਪਾਂ ਰਾਈਟ ਟਰਾਇੰਗਲ ਦੀ ਗੱਲ ਕਰਦੇ ਹਾਂ। ਨਾਓ ਇਨ ਰਾਈਟ ਐਂਗਲ ਟਰਾਇੰਗਲ, ਦੋ ਰਾਈਟ ਐਂਗਲ ਟਰਾਇੰਗਲ ਕਿਹੜੇ ਬਣਦੇ ਪਏ ਆ, ਪੀ ਕਿਊ ਓ ਉੱਪਰ ਵਾਲਾ ਅਤੇ ਨੀਚੇ ਵਾਲਾ ਪੀ ਆਰ ਓ, ਹੈ ਨਾ। ਟਰਾਇੰਗਲ ਪੀ ਕਿਊ ਓ ਐਂਡ ਟਰਾਇੰਗਲ ਪੀ ਆਰ ਓ, ਇਹਨਾਂ ਨੂੰ ਆਪਾਂ ਨਾ ਕੋਂਗਰੈਂਟ ਪ੍ਰੂਵ ਕਰਨਾ ਵਾ। ਕੋਂਗਰੈਂਟ ਪ੍ਰੂਵ ਕਰਨ ਵਾਸਤੇ 3 ਸ਼ਰਤਾਂ ਚਾਹੀਦੀਆਂ ਹੁੰਦੀਆਂ, ਤੁਸੀਂ 9th ਕਲਾਸ 'ਚ ਪੜ੍ਹ ਕੇ ਆਏ ਹੋ। 3 ਕੰਡੀਸ਼ਨਸ ਲਾਗੂ ਹੁੰਦੀਆਂ ਕੋਂਗਰੈਂਸੀ ਵਾਸਤੇ। ਦੇਖੋ ਬੱਚੇ,
ਸਭ ਤੋਂ ਪਹਿਲਾਂ ਅਸੀਂ ਜੇ ਦੇਖੀਏ ਤਾਂ ਜਿਹੜੀ OP ਲਾਈਨ ਆ ਇਹ ਦੋਵਾਂ ਦੀ ਕਾਮਨ ਆ। ਕੌਂਗਰੈਂਸੀ ਵਾਸਤੇ ਜਾਂ ਤਾਂ ਦੋਵਾਂ ਦੇ ਐਂਗਲ ਇਕੁਅਲ ਕਰ ਦਿਓ ਜਾਂ ਦੋਵਾਂ ਦੀਆਂ ਸਾਈਡਸ ਇਕੁਅਲ ਕਰ ਦਿਓ ਜਾਂ ਕੁਝ ਕਾਮਨ ਹੋਣਾ ਚਾਹੀਦਾ, ਸਾਂਝਾ ਹੋਣਾ ਚਾਹੀਦਾ, ਭਾਵੇਂ ਐਂਗਲ ਹੋਵੇ ਭਾਵੇਂ ਸਾਈਡ ਹੋਵੇ। ਸੋ OP ਜਿਹੜੀ ਹੈ ਦੋਵਾਂ ਦੀ ਸਾਂਝੀ ਸਾਈਡ ਆ ਨਾ, ਉੱਪਰ ਵਾਲੇ ਦੀ ਵੀ ਔਰ ਨੀਚੇ ਵਾਲੇ ਦੀ ਵੀ। ਇਸ ਕਰਕੇ ਅਸੀਂ ਲਿਖ ਸਕਦੇ ਹਾਂ ਕਿ OP ਇਜ਼ ਇਕੁਅਲ OP ਇੱਥੇ ਰੀਜ਼ਨ ਦੱਸ ਦੇਣਾ ਬ੍ਰੈਕਟ ਵਿੱਚ, ਕਾਮਨ ਸਾਈਡ। ਠੀਕ ਹੈ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੇ ਵਿੱਚ, ਤੇ ਇਹਦੀ ਜਿਹੜੀ ਸਾਈਡ PQ PR ਉਹ ਤਾਂ ਅਸੀਂ ਪ੍ਰੂਵ ਕਰਨੀ ਆ, ਉਹ ਨਹੀਂ ਨਾ ਲਿਖ ਸਕਦੇ। ਤੇ ਸਾਈਡ ਬਚਦੀ ਆ OQ ਤੇ OR, ਹੈ ਨਾ। ਹੁਣ ਦੇਖੋ ਬੱਚੇ, OQ ਵੀ ਰੇਡੀਅਸ ਆ ਤੇ OR ਵੀ ਰੇਡੀਅਸ, ਤੇ ਰੇਡੀਅਸ ਜਿਹੜੇ ਸੈਂਟਰ ਕਿਸੇ ਵੀ ਸਰਕਲ ਦੇ ਵਿੱਚ ਕੋਈ ਵੀ ਰੇਡੀਅਸ ਹੋਵੇ, ਜਿੱਧਰੋਂ ਮਰਜ਼ੀ ਜਿੰਨੇ ਮਰਜ਼ੀ ਰੇਡੀਅਸ ਹੋਣ, ਸਾਰੇ ਇਕੁਅਲ ਹੁੰਦੇ। ਜੇ 3 ਦਾ ਇਹ ਵੀ 3 ਦਾ ਹੋਊਗਾ, ਇਹ ਵੀ 3 ਦਾ ਹੋਊਗਾ। ਸੋ OQ ਵੀ ਸੇਮ ਸਰਕਲ ਦਾ ਰੇਡੀਅਸ ਆ ਤੇ OR ਵੀ ਉਸੇ ਸਰਕਲ ਦਾ ਰੇਡੀਅਸ। ਇਟ ਮੀਨਸ OQ ਤੇ OR ਬੇਸ਼ੱਕ ਲੈਂਥ ਤਾਂ ਇਹਦੇ ਕੋਲ ਹੈ ਨਹੀਂ ਆ ਸਾਡੇ ਕੋਲ, ਬਟ ਅਸੀਂ ਕਹਿ ਸਕਦੇ ਹਾਂ ਕਿ ਰੇਡੀਅਸ ਆ ਕਿੰਨਾ ਦੇ ਆ, ਆਫ ਸੇਮ ਸਰਕਲ ਦੇ। ਇੱਕੋ ਸਰਕਲ ਦੇ ਰੇਡੀਅਸ ਹਮੇਸ਼ਾ ਇਕੁਅਲ ਹੁੰਦੇ, ਉਹਨਾਂ ਦੀ ਲੈਂਥ ਇਕੁਅਲ ਹੁੰਦੀ ਆ। ਠੀਕ ਹੈ। ਹੁਣ ਜੇਕਰ ਅਸੀਂ ਧਿਆਨ ਨਾਲ ਦੇਖੀਏ ਤੇ ਇਹਦੇ ਵਿੱਚ ਨਾ ਇੱਕ ਐਂਗਲ ਜਿਹੜਾ ਉਹ ਇਕੁਅਲ ਆ, ਹੈ ਨਾ। Q ਉੱਪਰ ਵਾਲੇ ਟਰਾਇੰਗਲ 'ਚ ਵੀ 90 ਡਿਗਰੀ ਦਾ ਐਂਗਲ ਹੈਗਾ Q ਤੇ, ਔਰ ਥੱਲੇ ਵਾਲੇ 'ਚ ਵੀ ਹੈਗਾ 90 ਡਿਗਰੀ ਦਾ R ਤੇ। ਠੀਕ ਹੈ। ਸੋ ਆਪਾਂ ਇਹ ਸ਼ਰਤ ਜਿਹੜੀ ਉੱਪਰ ਆਪਾਂ ਪ੍ਰੂਵ ਕਰਕੇ ਆਏ ਨਾ, ਆਹ ਵਾਲੀ, ਇਹ ਚੀਜ਼ ਅਸੀਂ ਲਿਖ ਸਕਦੇ ਹਾਂ ਕਿ ਐਂਗਲ PQO ਕਿਹਦੇ ਇਕੁਅਲ ਆ ਗਿਆ, PRO ਦੇ, ਈਚ 90 ਡਿਗਰੀ। ਸੋ ਦੋਵੇਂ ਟਰਾਇੰਗਲ, 3 ਸ਼ਰਤਾਂ ਹੋ ਗਈਆਂ, ਦੋਵੇਂ ਟਰਾਇੰਗਲ ਕੌਂਗਰੈਂਟ ਪ੍ਰੂਵ ਹੋ ਗਏ। ਕ੍ਰਾਈਟੀਰੀਆ ਕਿਹੜਾ ਲੱਗਾ ਵਾ ਉਹ ਵੀ ਦੱਸ ਸਕਦੇ। 2 ਸਾਈਡ ਸੀਗੀਆਂ, ਇੱਕ ਐਂਗਲ ਸੀਗਾ, ਸਾਈਡ ਐਂਗਲ, ਸਾਈਡ ਕ੍ਰਾਈਟੀਰੀਆ ਲੱਗਿਆ। ਠੀਕ ਹੈ। ਸੋ ਜੇਕਰ ਦੋਵੇਂ ਟਰਾਇੰਗਲ ਕੌਂਗਰੈਂਟ ਆ, ਇਟ ਮੀਨਸ ਇਹਨਾਂ ਦੀਆਂ ਕੋਰਸਪੋਂਡਿੰਗ ਸਾਈਡਸ ਵੀ ਇਕੁਅਲ ਹੋਣਗੀਆਂ। ਸਾਈਡਸ ਕਿਹੜੀਆਂ, ਯਾਨੀ ਕਿ ਉੱਪਰ ਵਾਲੇ ਟਰਾਇੰਗਲ ਦੀ PQ ਔਰ ਨੀਚੇ ਵਾਲੇ ਟਰਾਇੰਗਲ ਦੀ PR। ਠੀਕ ਹੈ। ਜਦੋਂ 2 ਟਰਾਇੰਗਲ ਕੌਂਗਰੈਂਟ ਪ੍ਰੂਵ ਹੋਣ, ਇਟ ਮੀਨਸ ਇਹਨਾਂ ਦੀ ਜਿਹੜੀਆਂ ਸਾਈਡਸ ਆਪਾਂ ਨਹੀਂ ਯੂਜ਼ ਕੀਤੀਆਂ, ਜਿਹੜੀਆਂ ਰਹਿ ਗਈਆਂ ਵਾ, ਉਹ ਵੀ ਇਕੁਅਲ ਹੋਣਗੀਆਂ, ਯਾਨੀ ਕਿ PQ ਕਿਹਦੇ ਇਕੁਅਲ ਆ ਜਾਏਗੀ, PR ਦੇ। ਤੇ ਇੱਥੇ ਆਪਾਂ ਲਿਖਣਾ CPCT ਦਾ ਮਤਲਬ ਹੁੰਦਾ ਕੋਰਸਪੋਂਡਿੰਗ ਪਾਰਟਸ ਆਫ ਕੌਂਗਰੈਂਟ ਟਰਾਇੰਗਲਸ। ਠੀਕ ਹੈ। ਤੇ ਇਹੀ ਚੀਜ਼ ਅਸੀਂ ਪ੍ਰੂਵ ਕਰਨੀ ਸੀਗੀ।